ਜੇਕਰ ਤੁਸੀਂ ਮਿਡਲ ਏਜਿਸ ਦੇ ਅੰਦਰ ਯੂਰਪ ਦੇ ਵਾਸੀ ਹੁੰਦੇ, ਮਿਡਲ ਏਜਿਸ ਮਤਲਬ ਸਾਲ 500 ਤੋਂ 1500 ਲਗਭਗ, ਤਾਂ ਤੁਸੀਂ ਆਪਣੇ ਆਲੇ ਦੁਆਲੇ ਇੱਕ ਅਜੀਬ ਮਾਨਤਾ ਦੇਖਣੀ ਸੀਗੀ। ਮਾਨਤਾ ਇਹ ਸੀ ਕਿ ਇਨਸਾਨਾਂ ਦੇ ਸਿਹਤਮੰਦ ਹੋਣ ਲਈ ਜੂਆਂ ਦਾ ਸਿਰ 'ਚ ਹੋਣਾ ਜ਼ਰੂਰੀ ਹੈ। ਅਤੇ ਤੁਸੀਂ ਸੋਚੋਗੇ ਵੀ ਇਹ ਕਿੰਨਾ ਅਜੀਬ ਖਿਆਲ ਹੈ, ਲੇਕਿਨ ਸੱਚ ਜਾਣਿਓ, ਜੇ ਤੁਸੀਂ ਮਿਡਲ ਏਜਿਸ ਦੇ ਯੂਰਪ ਦੇ ਵਾਸੀ ਹੁੰਦੇ ਤਾਂ ਸ਼ਾਇਦ ਤੁਹਾਨੂੰ ਇਹ ਅਜੀਬ ਨਹੀਂ ਸੀ ਲੱਗਣਾ, ਤੁਸੀਂ ਵੀ ਇਹੀ ਗੱਲ ਮੰਨਦੇ। ਇੱਦਾਂ ਇਸ ਕਰਕੇ ਹੈ ਕਿਉਂਕਿ ਇਹ ਜਿਹੜੀ ਮਾਨਤਾ ਸੀ ਇਹ ਕੋਈ ਅੰਧ ਵਿਸ਼ਵਾਸ 'ਤੇ ਆਧਾਰਿਤ ਨਹੀਂ ਸੀ, ਇਹ ਸਬੂਤਾਂ 'ਤੇ ਆਧਾਰਿਤ ਸੀਗੀ। ਦੇਖਿਆ ਇਹ ਜਾਂਦਾ ਸੀਗਾ ਕਿ ਜੇ ਕਿਸੇ ਇਨਸਾਨ ਦੇ ਸਿਰ 'ਚ ਜੂਆਂ ਨਹੀਂ ਹੈ ਤਾਂ ਉਹ ਬਿਮਾਰ ਪੈ ਜਾਂਦਾ ਸੀ, ਅਤੇ ਜੇਕਰ ਕੋਈ ਇਨਸਾਨ ਸਿਹਤਮੰਦ ਹੈ ਤਾਂ ਉਹਦੇ ਸਿਰ 'ਚ ਹਮੇਸ਼ਾ ਜੂਆਂ ਹੁੰਦੀਆਂ ਸੀਗੀਆਂ। ਜ਼ਾਹਿਰ ਜੀ ਗੱਲ ਹੈ ਜੇ ਕਿ ਇਹ ਦੋ ਆਬਜ਼ਰਵੇਸ਼ਨਸ ਤੁਸੀਂ ਕਿਸੇ ਦੇ ਵੀ ਸਾਹਮਣੇ ਰੱਖੋਗੇ ਤਾਂ ਉਹਦਾ ਜਿਹੜਾ ਕੰਕਲੂਜਨ ਹੈ ਉਹ ਇਹੀ ਕੱਢਿਆ ਜਾਊਗਾ ਕਿ ਜੂਆਂ ਦਾ ਸਿਹਤ ਲਈ ਹੋਣਾ ਜ਼ਰੂਰੀ ਹੈ, ਕਿਉਂਕਿ ਜਦੋਂ ਇਹ ਨਹੀਂ ਹੁੰਦੀਆਂ ਇਨਸਾਨ ਬਿਮਾਰ ਪੈ ਜਾਂਦਾ ਹੈ, ਅਤੇ ਜਦੋਂ ਇਹ ਹੁੰਦੀਆਂ ਤਾਂ ਇਨਸਾਨ ਸਵਸਥ ਹੁੰਦਾ। ਪਰ ਅਸਲੀਅਤ ਕੀ ਸੀ? ਅੱਜ ਤਾਂ ਸਾਨੂੰ ਪਤਾ ਹੈ ਕਿ ਇੱਦਾਂ ਦੀ ਕੋਈ ਚੀਜ਼ ਨਹੀਂ ਹੈ। ਅਸਲੀਅਤ ਇਹ ਸੀਗੀ ਕਿ ਇਹ ਉਹ ਜ਼ਮਾਨਾ ਸੀ ਜਦੋਂ ਥਰਮਾਮੀਟਰ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ। ਜੂਆਂ ਜਿਹੜੀਆਂ ਹੁੰਦੀਆਂ ਟੈਂਪਰੇਚਰ ਦੇ ਪ੍ਰਤੀ ਬਹੁਤ ਜ਼ਿਆਦਾ ਸੈਂਸੀਟਿਵ ਹੁੰਦੀਆਂ। ਥੋੜ੍ਹਾ ਜਿਹਾ ਵੀ ਤਾਪਮਾਨ ਦੇ ਅੰਦਰ ਵਾਧਾ ਹੋਵੇ ਤਾਂ ਇਹਨਾਂ ਨੂੰ ਤੁਰੰਤ ਪਤਾ ਲੱਗ ਜਾਂਦਾ। ਤਾਪਮਾਨ 'ਚ ਵਾਧਾ ਹੋਣ ਦਾ ਮਤਲਬ ਹੈ ਸ਼ਾਇਦ ਤੁਹਾਡਾ ਬਲੱਡ ਇਨਫੈਕਟਡ ਹੈ, ਅਤੇ ਜੂਆਂ ਨੇ ਕਿਉਂਕਿ ਤੁਹਾਡਾ ਖੂਨ ਹੀ ਚੂਸਣਾ, ਉਹ ਤੁਹਾਡਾ ਸਿਰ ਛੱਡ ਕੇ ਚਲੀਆਂ ਜਾਂਦੀਆਂ ਆਪਣੇ ਸਰਵਾਈਵਲ ਲਈ, ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਤੁਹਾਡਾ ਇਨਫੈਕਟਡ ਬਲੱਡ ਉਹ ਆਪਣੇ ਅੰਦਰ ਲੈਣ ਅਤੇ ਉਹਨਾਂ ਦਾ ਖੁਦ ਦਾ ਨੁਕਸਾਨ ਹੋ ਜੇ। ਤਾਂ ਇੱਕ ਜੂਆਂ ਦਾ ਇੱਕ ਸਰਵਾਈਵਲ ਮੈਕੈਨਿਜ਼ਮ ਹੈ। ਤਾਂ ਅਸਲੀਅਤ ਇਹ ਹੈ ਕਿ ਤੁਹਾਡੇ ਬਿਮਾਰ ਹੋਣ ਨਾਲ ਤੁਹਾਡੇ ਸਿਰ 'ਚ ਜੂਆਂ ਨਹੀਂ ਰਹਿੰਦੀਆਂ। ਅਸਲੀਅਤ ਇਹ ਨਹੀਂ ਹੈ ਕਿ ਜੂਆਂ ਦੇ ਨਾ ਹੋਣ ਨਾਲ ਤੁਸੀਂ ਬਿਮਾਰ ਪੈਂਦੇ ਹੋ। ਇਹ ਜਿਹੜੀ ਤਰਕ ਦੀ ਕਮਜ਼ੋਰੀ ਜਿਹਦੀ ਮੈਂ ਹੁਣੀ ਗੱਲ ਕੀਤੀ, ਇਹਨੂੰ ਕਹਿੰਦੇ ਆ ਫਾਲਸ ਕਾਜ਼ ਫੈਲੇਸੀ। ਫਾਲਸ ਕਾਜ਼ ਫੈਲੇਸੀ ਉਦੋਂ ਹੁੰਦੀ ਹੈ ਜਦੋਂ ਅਸੀਂ ਦੋ ਘਟਨਾਵਾਂ ਦੇ ਵਿੱਚ A ਅਤੇ B ਦੇ ਵਿੱਚ ਕੋਈ ਨਾ ਕੋਈ ਕਾਜ਼ਲ ਰਿਲੇਸ਼ਨ ਦੇਖ ਲੈਂਦੇ ਹਾਂ। ਅਸੀਂ ਸੋਚ ਲੈਂਦੇ ਹਾਂ ਵੀ ਇਹਦੇ 'ਚ ਇੱਕ ਚੀਜ਼ ਦੂਜੇ ਨੂੰ ਪੈਦਾ ਕਰ ਰਹੀ ਹੈ, ਜਦਕਿ ਜਾਂ ਤਾਂ ਇੱਦਾਂ ਦਾ ਕੋਈ ਰਿਲੇਸ਼ਨ ਹੁੰਦਾ ਨਹੀਂ, ਜਾਂ ਉਹ ਰਿਲੇਸ਼ਨ ਉੱਦਾਂ ਨਹੀਂ ਹੁੰਦਾ ਜਿੱਦਾਂ ਅਸੀਂ ਸੋਚ ਰੱਖਿਆ। ਤਾਂ ਸਾਡੀ ਇਹ ਜਿਹੜੀ ਕ੍ਰਿਟੀਕਲ ਥਿੰਕਿੰਗ ਦੀ ਸੀਰੀਜ਼ ਚੱਲ ਰਹੀ ਹੈ, ਉਹਦੀ ਪਹਿਲੀ ਵੀਡੀਓ 'ਚ ਮੈਂ ਗੱਲ ਕੀਤੀ ਸੀ ਐਡ ਹੋਮਿਨਮ ਦੀ। ਅੱਜ ਅਸੀਂ ਗੱਲ ਕਰਾਂਗੇ ਕਾਜ਼ਲ ਫੈਲੇਸੀ ਦੀ। ਮੈਂ ਤੁਹਾਨੂੰ ਬਹੁਤ ਸਾਰੇ ਉਦਾਹਰਨ ਦੇਵਾਂਗਾ, ਉਹਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਕਾਜ਼ਲ ਫੈਲੇਸੀਜ਼ ਕਿਹੜੀਆਂ ਹੁੰਦੀਆਂ, ਅਤੇ ਵੀਡੀਓ ਦੇ ਐਂਡ 'ਚ ਮੈਂ ਇਹ ਵੀ ਦੱਸੂੰਗਾ ਕਿ ਇਹ ਚੀਜ਼ ਨੂੰ ਸਮਝ ਕੇ ਤੁਹਾਡੀ ਅਸਲ ਜ਼ਿੰਦਗੀ 'ਚ ਤੁਹਾਨੂੰ ਕੀ ਫਾਇਦਾ ਹੋਇਆ। ਤਾਂ ਚਲੋ ਸ਼ੁਰੂ ਕਰਦੇ ਹਾਂ। ਦੇਖੋ, ਜੋ ਕਾਜ਼ਲ ਫੈਲੇਸੀ ਹੁੰਦੀ ਹੈ, ਯਾਨੀ ਕਿ ਜਿੱਥੇ ਅਸੀਂ A ਅਤੇ B ਦੇ ਵਿੱਚ ਰਿਲੇਸ਼ਨ ਦੇਖ ਲੈਂਦੇ ਹਾਂ ਪਰ ਉਹ ਹੁੰਦਾ ਨਹੀਂ ਹੈ, ਉਸ ਤਰੀਕੇ ਨਾਲ ਨਹੀਂ ਹੁੰਦਾ। ਇਹਦੀਆਂ ਤਿੰਨ ਕਿਸਮਾਂ ਹੁੰਦੀਆਂ। ਤਿੰਨੇ ਕਿਸਮਾਂ ਨੂੰ ਅਸੀਂ ਇੱਕ ਸਿੰਪਲ ਕਹਿ ਲਓ ਵੀ ਐਗਜ਼ਾਮਪਲ ਦੇ ਥਰੂ ਸਮਝਾਂਗੇ। ਇੱਕ ਘਟਨਾ A, ਇੱਕ ਘਟਨਾ B, ਠੀਕ ਹੈ। ਤਾਂ ਇਹਨਾਂ ਦੋਨਾਂ ਦੇ ਵਿੱਚ ਤੁਸੀਂ ਕਾਜ਼ ਇਫੈਕਟ ਦਾ ਰਿਲੇਸ਼ਨ ਦੇਖ ਰਹੇ ਹੋ। ਸਭ ਤੋਂ ਪਹਿਲੀ ਕਿਸਮ ਹੁੰਦੀ ਹੈ ਰਿਵਰਸ ਕਾਜ਼ੇਸ਼ਨ। ਰਿਵਰਸ ਕਾਜ਼ੇਸ਼ਨ ਦਾ ਮਤਲਬ ਹੁੰਦਾ ਤੁਸੀਂ ਸੋਚ ਰਹੇ ਹੋ ਵੀ A B ਨੂੰ ਪੈਦਾ ਕਰ ਰਿਹਾ, ਬਟ ਅਸਲੀਅਤ ਹੁੰਦੀ ਹੈ ਕਿ B A ਨੂੰ ਪੈਦਾ ਕਰ ਰਿਹਾ। ਉਦਾਹਰਨ, ਦੇਖਿਆ ਗਿਆ ਕਿ ਜਿਹੜੇ ਬੱਚੇ ਖੂਨ ਖਰਾਬੇ ਭਰੇ TV ਸ਼ੋਜ਼ ਦੇਖਦੇ ਆ, ਉਹ ਅਕਸਰ ਅਸਲ ਜ਼ਿੰਦਗੀ 'ਚ ਵੀ ਇਸੇ ਤਰੀਕੇ ਨਾਲ ਵਰਤਾਵ ਕਰਦੇ ਆ, ਹਿੰਸਾਤਮਕ ਤਰੀਕੇ ਨਾਲ। ਇਹਦਾ ਅਰਥ ਇਹ ਬਣਦਾ, ਜਾਂ ਜ਼ਿਆਦਾਤਰ ਲੋਕ ਇਹਦਾ ਅਰਥ ਇਹ ਕੱਢਣਗੇ ਕਿ ਖੂਨ ਖਰਾਬੇ ਵਾਲੇ ਸ਼ੋਜ਼ ਬੱਚਿਆਂ ਨੂੰ ਨਹੀਂ ਦੇਖਣੇ ਚਾਹੀਦੇ, ਕਿਉਂਕਿ ਇਹਨਾਂ ਨੂੰ ਦੇਖ ਕੇ ਉਹਨਾਂ ਦੇ ਅੰਦਰ ਹਿੰਸਾ ਪੈਦਾ ਹੁੰਦੀ ਹੈ। ਪਰ ਇਹ ਥਿੰਕਿੰਗ ਦੇ ਅੰਦਰ ਇੱਕ ਕਮੀ ਹੈ। ਸੱਚਾਈ ਇਹ ਵੀ ਤਾਂ ਹੋ ਸਕਦੀ ਹੈ ਨਾ ਕਿ ਜਿਹੜੇ ਬੱਚਿਆਂ ਦੇ ਅੰਦਰ ਹਿੰਸਾਤਮਕ ਪ੍ਰਵਿਰਤੀਆਂ ਹੁੰਦੀਆਂ, ਉਹ ਇੱਦਾਂ ਦੇ ਸ਼ੋਜ਼ ਦੇ ਪ੍ਰਤੀ ਆਕਰਸ਼ਿਤ ਜ਼ਿਆਦਾ ਹੁੰਦੇ ਆ, ਯਾਨੀ ਕਿ ਉਹਨਾਂ ਦੀ ਹਿੰਸਾਤਮਕ ਪ੍ਰਵਿਰਤੀ ਹਿੰਸਕ ਸ਼ੋਜ਼ ਦਾ ਨਤੀਜਾ ਨਹੀਂ ਹੈ, ਉਸ ਦਾ ਕਾਰਨ ਹੈ। ਨਹੀਂ ਸਮਝ ਆਇਆ? ਇੱਕ ਹੋਰ ਐਗਜ਼ਾਮਪਲ, ਦੇਖਿਆ ਜਾਂਦਾ ਕਿ ਜਿਹੜੇ ਲੋਕ ਸਮੋਕਿੰਗ ਕਰਦੇ ਆ ਉਹ ਡਿਪਰੈਸ਼ਨ ਦਾ ਜ਼ਿਆਦਾ ਸ਼ਿਕਾਰ ਹੁੰਦੇ ਆ। ਸਮੋਕਿੰਗ ਨਾਲ ਡਿਪਰੈਸ਼ਨ ਪੈਦਾ ਹੁੰਦਾ, ਸ਼ਾਇਦ ਤੁਸੀਂ ਇਹਦਾ ਇਹ ਅਰਥ ਕੱਢ ਲਓ। ਬਟ ਇਹ ਵੀ ਤਾਂ ਹੋ ਸਕਦਾ ਹੈ ਨਾ ਕਿ ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਹੁੰਦਾ ਉਹ ਡਿਪਰੈਸ਼ਨ ਨੂੰ ਤੋੜਨ ਦੇ ਤਰੀਕੇ ਲੱਭਦੇ ਆ, ਅਤੇ ਸਮੋਕਿੰਗ ਉਹਨਾਂ ਨੂੰ ਇੱਕ ਤਰੀਕਾ ਲੱਗਦਾ ਕਿਉਂਕਿ ਸਮੋਕਿੰਗ ਉਹਨਾਂ ਦੇ ਮਾਈਂਡ ਨੂੰ ਰਿਲੈਕਸ ਕਰਦਾ। ਤਾਂ ਹੋ ਇਹ ਵੀ ਸਕਦਾ ਹੈਗਾ ਕਿ ਸਮੋਕਿੰਗ ਤੋਂ ਡਿਪਰੈਸ਼ਨ ਨਹੀਂ ਪੈਦਾ ਹੋ ਰਿਹਾ, ਡਿਪਰੈਸ਼ਨ ਜਿਹੜਾ ਉਹ ਸਾਨੂੰ ਸਮੋਕਿੰਗ ਵੱਲ ਲੈ ਜਾ ਰਿਹਾ। ਤਾਂ ਇਹਨੂੰ ਕਹਿੰਦੇ ਆ ਰਿਵਰਸ ਕਾਜ਼ੇਸ਼ਨ, ਜਿੱਥੇ A ਲੀਡਸ ਟੂ B ਨਹੀਂ ਹੁੰਦਾ, B ਲੀਡਸ ਟੂ A ਹੁੰਦਾ, ਲੇਕਿਨ ਅਸੀਂ ਉਲਟ ਸਮਝ ਲੈਂਦੇ ਹਾਂ। ਦੂਸਰੀ ਜਿਹੜੀ ਕਾਜ਼ਲ ਫੈਲੇਸੀ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਕਾਮਨ ਕਾਜ਼ਲ ਵੇਰੀਏਬਲ, ਯਾਨੀ ਕਿ ਹੁੰਦਾ ਕੀ ਹੈ, ਤੁਸੀਂ ਸੋਚ ਰਹੇ ਹੋ ਵੀ A ਨੇ B ਨੂੰ ਪੈਦਾ ਕੀਤਾ, ਲੇਕਿਨ ਅਸਲ ਵਿੱਚ ਇੱਕ ਤੀਜਾ ਫੈਕਟਰ ਹੈ C, ਜੋ A ਨੂੰ ਵੀ ਪੈਦਾ ਕਰ ਰਿਹਾ ਅਤੇ B ਨੂੰ ਵੀ ਪੈਦਾ ਕਰ ਰਿਹਾ, ਅਤੇ ਕਿਉਂਕਿ ਉਹ ਦੋਨਾਂ ਨੂੰ ਪੈਦਾ ਕਰ ਰਿਹਾ, ਤੁਹਾਨੂੰ ਦੋਨਾਂ ਦੇ ਵਿੱਚ ਲਿੰਕ ਦਿਖ ਰਿਹਾ ਜੋ ਅਸਲ 'ਚ ਹੈ ਨਹੀਂਗਾ। ਉਦਾਹਰਨ ਦੇ ਤੌਰ 'ਤੇ ਰਿਸਰਚ 'ਚ ਇਹ ਪਾਇਆ ਗਿਆ ਕਿ ਜਿਹੜੇ ਲੋਕ ਸ਼ੂਜ਼ ਪਾ ਕੇ ਰਾਤ ਨੂੰ ਸੌਂ ਜਾਂਦੇ ਆ, ਉਹਨਾਂ ਦਾ ਸੁਬਾਹ ਸਿਰ ਦੁਖਦਾ, ਤਾਂ ਨੈਚੁਰਲੀ ਤੁਸੀਂ ਇਹ ਸੋਚੋਗੇ ਕਿ ਪੈਰਾਂ ਵਿੱਚ ਬੂਟ ਪਾਉਣ ਨਾਲ ਸਿਰ ਦੁਖਣ ਦਾ ਕੋਈ ਨਾਤਾ ਹੈ, ਸਿਰ ਦੁਖਣਾ ਉਹਦਾ ਨਤੀਜਾ ਹੈ। ਲੇਕਿਨ ਅਸਲੀਅਤ ਕੀ ਹੈ?
ਬੂਟ ਪਾ ਕੇ ਪੈਣਾ, ਸਿਰ ਦੁਖਣਾ, ਇਹਨਾਂ ਦਾ ਇੱਕ ਸਾਂਝਾ ਕਾਰਨ ਹੈ। ਉਹ ਸਾਂਝਾ ਕਾਰਨ ਹੈ ਸ਼ਰਾਬ ਪੀਣਾ। ਅਕਸਰ ਉਹੀ ਲੋਕ ਬੂਟ ਪਾ ਕੇ ਪੈਂਦੇ ਆ ਜੋ ਸ਼ਰਾਬ ਪੀਂਦੇ ਆ, ਅਤੇ ਜਿਹੜੇ ਸ਼ਰਾਬ ਪੀਂਦੇ ਆ ਓਬਵੀਅਸ ਦੀ ਗੱਲ ਹੈ ਉਹਨਾਂ ਦਾ ਸੁਬਾਹ ਸਿਰ ਵੀ ਦੁਖਦਾ, ਹੈਂਗਓਵਰ ਨਾਂ ਦੀ ਇੱਕ ਚੀਜ਼ ਹੁੰਦੀ ਹੈ। ਤਾਂ ਬੂਟ ਪਾ ਕੇ ਸੌਣ ਨਾਲ ਸਿਰ ਨਹੀਂ ਦੁਖਦਾ, ਇਹ ਦੋਨੇ ਚੀਜ਼ਾਂ ਕਿਸੇ ਤੀਸਰੀ ਚੀਜ਼ ਤੋਂ ਪੈਦਾ ਹੋ ਰਹੀਆਂ ਹੁੰਦੀਆਂ, ਇਹਨਾਂ 'ਚ ਕੋਈ ਵੀ ਕਾਜ਼ ਇਫੈਕਟ ਦਾ ਨਾਤਾ ਨਹੀਂ ਹੈ। ਇੱਕ ਹੋਰ ਐਗਜ਼ਾਮਪਲ ਦੇਖਿਆ ਜਾਂਦਾ ਕਿ ਜਿਵੇਂ ਜਿਵੇਂ ਆਈਸਕ੍ਰੀਮ ਦੀ ਸੇਲ ਵੱਧਦੀ ਹੈ, ਉਵੇਂ ਉਵੇਂ ਲੋਕਾਂ ਦੇ ਡੁੱਬ ਕੇ ਮਰਨ ਦੇ ਰੇਟ ਵੀ ਵੱਧ ਜਾਂਦੇ ਆ, ਡਰੋਨਿੰਗ ਡੈਥਸ ਜਿਹੜੀਆਂ ਉਹ ਵੱਧ ਜਾਂਦੀਆਂ। ਹੁਣ ਤੁਸੀਂ ਸੋਚ ਸਕਦੇ ਹੋ ਕਿ ਕੀ ਆਈਸਕ੍ਰੀਮ ਖਾਣ ਨਾਲ ਲੋਕ ਡੁੱਬ ਰਹੇ ਆ ਜਾਂ ਡੁੱਬਣ ਨਾਲ ਲੋਕ ਆਈਸਕ੍ਰੀਮ ਖਾ ਰਹੇ ਆ? ਪਤਾ ਨਹੀਂ ਕੀ ਲਿੰਕ ਹੈ ਦੋਨਾਂ 'ਚ। ਲਿੰਕ ਇਹ ਹੈ ਕਿ ਆਈਸਕ੍ਰੀਮ ਖਾਣਾ ਅਤੇ ਡੁੱਬਣਾ ਦੋਨੋਂ ਗਰਮੀਆਂ 'ਚ ਹੁੰਦਾ, ਕਿਉਂਕਿ ਗਰਮੀਆਂ 'ਚ ਇਨਸਾਨ ਨਹਾਉਂਦਾ, ਗਰਮੀਆਂ 'ਚ ਹੀ ਆਈਸਕ੍ਰੀਮ ਖਾਂਦਾ, ਅਤੇ ਦੋਨਾਂ 'ਚ ਅਸੀਂ ਇੱਕ ਲਿੰਕ ਜੋੜ ਰਹੇ ਹਾਂ ਜੋ ਲਿੰਕ ਉੱਥੇ ਐਗਜ਼ਿਸਟ ਨਹੀਂ ਕਰਦਾ। ਤੀਸਰੇ ਕਿਸਮ ਦੀ ਕੌਜ਼ੈਲਿਟੀ ਹੁੰਦੀ ਹੈ ਬਾਈ ਡਾਇਰੈਕਸ਼ਨਲ ਕੌਜ਼ੈਲਿਟੀ, ਯਾਨੀ ਤੁਸੀਂ ਸੋਚ ਲਿਆ ਵੀ ਏ ਨੇ ਬੀ ਨੂੰ ਕੀਤਾ, ਪਰ ਅਸਲੀਅਤ ਇਹ ਹੈ ਏ ਬੀ ਨੂੰ ਤਾਂ ਕਰ ਰਿਹਾ ਪਰ ਬੀ ਏ ਨੂੰ ਵੀ ਪੈਦਾ ਕਰ ਰਿਹਾ। ਉਦਾਹਰਨ ਦੇ ਤੌਰ 'ਤੇ ਆਪਾਂ ਜੰਗਲਾਂ 'ਚ ਦੇਖਦੇ ਹਾਂ ਕਿ ਜੇ ਸ਼ਿਕਾਰੀ ਜਾਨਵਰ ਦੀ ਗਿਣਤੀ ਵੱਧ ਜੇ ਤਾਂ ਜਿਹੜੇ ਸ਼ਿਕਾਰ ਕੀਤੇ ਜਾ ਸਕਣ ਵਾਲੇ ਪ੍ਰੇ ਹੈ ਉਹਨਾਂ ਦੀ ਗਿਣਤੀ ਘੱਟ ਜਾਂਦੀ ਹੈ, ਯਾਨੀ ਸ਼ਾਕਾਹਾਰੀ ਵੱਧ ਗਏ ਤਾਂ ਮਾਸਾਹਾਰੀ ਘੱਟ ਗਏ। ਲੇਕਿਨ ਮਾਸਾਹਾਰੀ ਦੇ ਘਟਣ ਨਾਲ ਸ਼ਾਕਾਹਾਰੀਆਂ ਦੇ ਖਾਣ ਲਈ ਕੁਝ ਨਹੀਂ ਬਚਦਾ, ਫਿਰ ਮਾਸਾਹਾਰੀ ਜਾਨਵਰ ਮਰਨੇ ਸ਼ੁਰੂ ਹੋ ਜਾਂਦੇ ਆ। ਫਿਰ ਸ਼ਾਕਾਹਾਰੀ ਜਾਨਵਰ ਵੱਧ ਜਾਂਦੇ ਕਿਉਂਕਿ ਸ਼ਿਕਾਰੀ ਨਹੀਂ ਹੈ, ਲੇਕਿਨ ਜਦੋਂ ਉਹ ਵੱਧ ਜਾਂਦੇ ਤਾਂ ਇਹਨਾਂ ਨੂੰ ਖਾਣਾ ਮਿਲ ਜਾਂਦਾ ਹੈ, ਫਿਰ ਵੱਧ ਜਾਂਦੇ ਆ। ਤਾਂ ਇੱਕ ਸਾਈਕਲ 'ਚ ਕੌਜ਼ੈਲਿਟੀ ਚੱਲਦੀ ਰਹਿੰਦੀ ਹੈ, ਇਸੇ ਕਰਕੇ ਇਹਨੂੰ ਸਾਈਕਲਿਕ ਕੌਜ਼ੇਸ਼ਨ ਵੀ ਕਿਹਾ ਜਾਂਦਾ ਹੈ। ਤਾਂ ਬਾਈ ਡਾਇਰੈਕਸ਼ਨਲ ਕੌਜ਼ੈਲਿਟੀ ਹੁੰਦੀ ਹੈ ਜਿੱਥੇ ਏ ਤੇ ਬੀ ਇੱਕ ਚੱਕਰ 'ਚ ਚੱਲ ਰਿਹਾ ਅਤੇ ਇੱਕ ਦੂਜੇ ਨੂੰ ਪੈਦਾ ਕਰ ਰਿਹਾ। ਤਾਂ ਦੇਖੋ ਮੋਟੇ ਤੌਰ 'ਤੇ ਗੱਲ ਇਹ ਹੈ ਕਿ ਜਿਹੜੀ ਚੀਜ਼ ਨੂੰ ਤੁਸੀਂ ਕੌਜ਼ ਸਮਝ ਰਹੇ ਹੋ ਸਕਦਾ ਉਹ ਇਫੈਕਟ ਹੋਵੇ, ਯਾਨੀ ਕਿ ਜੋ ਪਹਿਲੀ ਅਸੀਂ ਮਿਸਟੇਕ ਦੇਖੀ। ਦੂਸਰੀ ਮਿਸਟੇਕ ਇਹ ਹੋ ਸਕਦਾ ਹੈਗਾ ਕਿ ਜਿਨ੍ਹਾਂ ਦੋ ਚੀਜ਼ਾਂ ਨੂੰ ਤੁਸੀਂ ਜੋੜ ਰਹੇ ਹੋ ਕਿਸੇ ਤੀਜੀ ਚੀਜ਼ ਨਾਲ ਜੁੜੇ ਆ, ਜਿਹਨੂੰ ਅਸੀਂ ਕਾਮਨ ਕੌਜ਼ ਵੇਰੀਏਬਲ ਕਿਹਾ। ਤੀਸਰੀ ਚੀਜ਼ ਇਹ ਹੋ ਸਕਦੀ ਹੈ ਵੀ ਹੋ ਸਕਦਾ ਦੋਨੇ ਚੀਜ਼ਾਂ ਇੱਕ ਦੂਜੇ ਨੂੰ ਪੈਦਾ ਕਰ ਰਹੀਆਂ ਹੋਣ। ਉਦਾਹਰਨ ਦੇ ਤੌਰ 'ਤੇ ਕਿ ਖੂਨ ਖਰਾਬੇ ਵਾਲੇ ਗਾਣੇ ਸੁਣ ਕੇ ਖੂਨ ਖਰਾਬੇ ਵਾਲਾ ਬਿਹੇਵੀਅਰ ਪੈਦਾ ਹੁੰਦਾ, ਹੋ ਸਕਦਾ ਪੈਦਾ ਹੁੰਦਾ ਹੋਵੇ, ਪਰ ਇਹ ਵੀ ਹੋ ਸਕਦਾ ਕਿ ਖੂਨ ਖਰਾਬੇ ਵਾਲੇ ਬਿਹੇਵੀਅਰ ਵਾਲਾ ਇਨਸਾਨ ਖੂਨ ਖਰਾਬੇ ਵਾਲੇ ਗਾਣੇ ਜ਼ਿਆਦਾ ਦੇਖਦਾ ਹੋਵੇ, ਇੱਕ ਸਾਈਕਲਿਕ ਰਿਲੇਸ਼ਨ ਹੋਵੇ। ਹੁਣ ਤੁਸੀਂ ਸੋਚੋਗੇ ਜੀ ਇਹ ਤਾਂ ਗੱਲਾਂ ਬੜੀਆਂ ਤਰਕ ਭਰੀਆਂ ਤਾਂ ਲੱਗ ਰਹੀਆਂ, ਬਟ ਇਹਦਾ ਸਾਡੀ ਅਸਲ ਜ਼ਿੰਦਗੀ ਨਾਲ ਕੀ ਵਾਸਤਾ ਹੈ? ਦੇਖੋ ਸਾਨੂੰ ਦੋ ਚੀਜ਼ਾਂ ਇਹ ਤੋਂ ਸਿੱਖਣ ਨੂੰ ਮਿਲਦੀਆਂ। ਪਹਿਲੀ ਚੀਜ਼, ਕੋਰਿਲੇਸ਼ਨ ਇਜ਼ ਨਾਟ ਕੌਜ਼ੇਸ਼ਨ। ਸਿਰਫ ਇਸ ਕਰਕੇ ਕਿ ਦੋ ਚੀਜ਼ਾਂ ਇੱਕੋ ਹੀ ਟਾਈਮ 'ਤੇ ਹੁੰਦੀਆਂ ਜਾਂ ਇੱਕ ਦੂਜੇ ਦੇ ਅੱਗੇ ਪਿੱਛੇ ਅਕਸਰ ਹੁੰਦੀਆਂ ਤਾਂ ਉਹਨਾਂ 'ਚ ਕੋਈ ਇੱਕ ਦੂਜੇ ਨਾਲ ਕੌਜ਼ਲ ਰਿਲੇਸ਼ਨ ਹੈ। ਇਹ ਤੁਹਾਨੂੰ ਅਸਲ ਜ਼ਿੰਦਗੀ 'ਚ ਬਹੁਤ ਮਦਦ ਕਰ ਸਕਦੀ ਹੈ ਚੀਜ਼। ਉਹ ਕਿੱਦਾਂ? ਮੈਂ ਤੁਹਾਨੂੰ ਕੁਝ ਕੁ ਉਦਾਹਰਨ ਦਿੰਦਾ। ਉਦਾਹਰਨ ਦੇ ਤੌਰ 'ਤੇ ਮੰਨ ਲਓ ਤੁਸੀਂ ਕਿਸੇ ਬੱਚੇ ਨੂੰ ਦੇਖਿਆ ਕਿ ਯਾਰ ਬੜਾ ਖਿਜੂ ਬੱਚਾ ਹੈ ਅਤੇ ਇਹਦੇ ਕਰਕੇ ਇਹਦੇ ਪੇਰੈਂਟਸ ਵੀ ਕਲਪੇ ਪਏ ਆ, ਅਤੇ ਤੁਸੀਂ ਸੋਚਿਆ ਯਾਰ ਆ ਤਾਂ ਬੜਾ ਖਰਾਬ ਜਵਾਕ ਹੈ, ਇਹਨੇ ਤਾਂ ਪੇਰੈਂਟਸ ਕਲਪਾ ਰੱਖਿਆ। ਕੀ ਇਹ ਵੀ ਹੋ ਸਕਦਾ ਹੈਗਾ ਕਿ ਅਸਲ 'ਚ ਉਹਦੇ ਪੇਰੈਂਟਸ ਕਲਪੇ ਹੋਏ ਹੀ ਰਹਿੰਦੇ ਆ ਜਿਹਦੇ ਕਰਕੇ ਬੱਚਾ ਖਿਜਣ ਲੱਗ ਗਿਆ? ਹੋ ਸਕਦਾ ਬੱਚੇ ਨੂੰ ਦੋਸ਼ ਦੇਣ ਦੀ ਬਜਾਏ ਪੇਰੈਂਟਸ ਨੂੰ ਦਿੱਤਾ ਜਾਵੇ, ਜਾਂ ਹੋ ਸਕਦਾ ਇੱਕ ਸਾਈਕਲਿਕ ਰਿਲੇਸ਼ਨ ਹੋਵੇ, ਦੋਨਾਂ ਨੂੰ ਬਿਹੇਵੀਅਰ ਬੰਦ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਜਦੋਂ ਕੋਈ ਚੋਰ ਹੈ, ਤੁਸੀਂ ਕਹਿੰਦੇ ਹੋ ਜੀ ਇਹ ਚੋਰ ਹੈ ਕਿਉਂਕਿ ਇਹ ਮੋਰਲੀ ਠੀਕ ਨਹੀਂ ਹੈਗਾ, ਇਹ ਨੈਤਿਕ ਤੌਰ 'ਤੇ ਠੀਕ ਨਹੀਂ ਤਾਂ ਕਰਕੇ ਚੋਰ ਬਣ ਗਿਆ। ਪਰ ਇਹ ਵੀ ਤਾਂ ਹੋ ਸਕਦਾ ਹੈਗਾ ਕਿ ਗਰੀਬੀ ਜਿਹੜੀ ਹੈ ਜੋ ਇੱਕ ਸਾਂਝਾ ਫੈਕਟਰ ਹੈ, ਉਸੇ ਨੇ ਉਹਨੂੰ ਨੈਤਿਕ ਤੌਰ 'ਤੇ ਵਿਗਾੜਿਆ ਕਿਉਂਕਿ ਉਹਨੂੰ ਵਧੀਆ ਐਜੂਕੇਸ਼ਨ ਨਹੀਂ ਮਿਲੀ, ਉਸੇ ਗਰੀਬੀ ਨੇ ਉਸ ਤੋਂ ਚੋਰੀ ਕਰਾਈ। ਹਾਲਾਂਕਿ ਉਹਦੇ ਨੈਤਿਕ ਤੌਰ 'ਤੇ ਠੀਕ ਹੋਣ 'ਤੇ ਚੋਰੀ ਹੋਣ 'ਚ, ਚੋਰ ਬਣਨ 'ਚ ਹੋ ਸਕਦਾ ਕੋਈ ਰਿਲੇਸ਼ਨ ਨਾ ਹੋਵੇ। ਤੀਸਰੀ ਚੀਜ਼, ਮੰਨ ਲਓ ਕੋਈ ਇਨਸਾਨ ਨੂੰ ਜੋ ਤੁਸੀਂ ਨਸ਼ੇੜੀ ਹੈ ਤੁਸੀਂ ਉਹਨੂੰ ਦੇਖਦੇ ਹੋ ਤਾਂ ਤੁਸੀਂ ਕਹਿੰਦੇ ਹੋ ਜੀ ਇਹ ਤਾਂ ਮੋਰਲੀ ਬੈਂਕਰਪਟ ਹੈ, ਇਹ ਤਾਂ ਮੋਰਲੀ ਦਿਵਾਲੀ ਹੈ, ਇਹਦੇ ਅੰਦਰ ਤਾਂ ਦਿਲ ਹੀ ਨਹੀਂ ਹੈਗਾ, ਇਸ ਕਰਕੇ ਨਸ਼ਿਆਂ 'ਤੇ ਲੱਗ ਗਿਆ। ਪਰ ਕੀ ਇਹ ਨਹੀਂ ਹੋ ਸਕਦਾ ਕਿ ਜਦੋਂ ਨਸ਼ਿਆਂ 'ਤੇ ਲੱਗਿਆ ਅਤੇ ਉਹਦੇ ਕਰਕੇ ਨਸ਼ਿਆਂ ਨੇ ਉਹਨੂੰ ਇੰਨਾ ਗ੍ਰਿਫਤ 'ਚ ਲੈ ਲਿਆ ਕਿ ਉਹ ਮੋਰਲੀ ਬੈਂਕਰਪਟ ਹੋ ਗਿਆ? ਅਸੀਂ ਦੇਖਦੇ ਹਾਂ ਕਿ ਚੰਗੇ ਚੰਗੇ ਲੋਕ ਜਿਹੜੇ ਆ ਉਹ ਨਸ਼ਾ ਕਰਨ ਤੋਂ ਬਾਅਦ ਫੈਮਿਲੀ ਦੀ ਕੇਅਰ ਕਰਨਾ ਬੰਦ ਕਰ ਦਿੰਦੇ ਆ, ਬਹੁਤ ਸੈਲਫਿਸ਼ ਹੋ ਜਾਂਦੇ ਆ। ਤਾਂ ਜ਼ਰੂਰੀ ਨਹੀਂ ਹੈ ਕਿ ਇਨਸਾਨ ਸੈਲਫਿਸ਼ ਸੀਗਾ ਤਾਂ ਕਰਕੇ ਨਸ਼ੇ ਕਰਨ ਲੱਗ ਗਿਆ। ਰਿਲੇਸ਼ਨ ਉਲਟਾ ਵੀ ਹੋ ਸਕਦਾ ਹੈ ਕਿ ਉਹ ਸੈਲਫਿਸ਼ ਨਹੀਂ ਸੀਗਾ ਸ਼ੁਰੂ 'ਚ, ਉਹ ਨਸ਼ੇ ਕਰਨ ਲੱਗ ਗਿਆ ਇਸ ਕਰਕੇ ਸੈਲਫਿਸ਼ ਹੋ ਗਿਆ, ਅਤੇ ਫਿਰ ਉਹਦੀ ਸੈਲਫਿਸ਼ਨੈਸ ਨੇ ਉਹਨੂੰ ਹੋਰ ਨਸ਼ਿਆਂ ਵੱਲ ਲੈ ਜਾਂਦਾ, ਅਤੇ ਫਿਰ ਉਹ ਜਿਹੜੇ ਨਸ਼ੇ ਆ ਉਹ ਫਿਰ ਉਹਨੂੰ ਹੋਰ ਸੈਲਫਿਸ਼ ਬਣਾ ਰਿਹਾ, ਤਾਂ ਇੱਕ ਚੱਕਰ 'ਚ ਫਸ ਚੁੱਕਿਆ। ਪਹਿਲੀ ਚੀਜ਼ ਤਾਂ ਸਾਨੂੰ ਸਿੱਖਣ ਨੂੰ ਇਹ ਮਿਲਦੀ ਹੈ ਕਿ ਅਸਲ ਜ਼ਿੰਦਗੀ ਦੇ ਅੰਦਰ ਜੇ ਅਸੀਂ ਇਹਨੂੰ ਅਪਣਾਈਏ ਤਾਂ ਅਸੀਂ ਲੋਕਾਂ ਨੂੰ ਥੋੜ੍ਹਾ ਬੈਟਰ ਦੇਖ ਸਕਦੇ ਹਾਂ। ਅਸੀਂ ਜੱਜਮੈਂਟ ਦੀ ਅੱਖ ਨਾਲ ਦੇਖਦੇ ਹਾਂ ਅਕਸਰ, ਜੋ ਪਹਿਲਾ ਖਿਆਲ ਸਾਡੇ ਮਨ 'ਚ ਆਉਂਦਾ ਵੀ ਇਹ ਇਹਦੇ ਕਰਕੇ ਹੋ ਰਿਹਾ ਤਾਂ ਅਸੀਂ ਮੰਨ ਲੈਂਦੇ ਹਾਂ, ਅਤੇ ਅਸੀਂ ਨਹੀਂ ਮੰਨਾਂਗੇ। ਦੇਖੋ ਦੂਸਰੀ ਚੀਜ਼ ਇਹ ਹੈ ਕਿ ਇੱਥੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਆਬਜ਼ਰਵੇਸ਼ਨ ਇਨਫ ਨਹੀਂ ਹੈ। ਹੁਣ ਉਹ ਜੋ ਮਿਡਲ ਏਜਿਸ ਦੇ ਲੋਕ ਸੀਗੇ ਜੋ ਜੂਆਂ ਦੀ ਗੱਲ ਕਰਦੇ ਸੀ, ਉਹਨਾਂ ਨੇ ਓਬਜ਼ਰਵ ਕੀਤਾ
ਲੇਕਿਨ ਉਹ ਆਬਜ਼ਰਵੇਸ਼ਨ ਦਾ ਅਰਥ ਅਸੀਂ ਕੀ ਕੱਢਦੇ ਹਾਂ ਬਹੁਤ ਮਾਇਨੇ ਰੱਖਦਾ ਹੈ। ਇਸੇ ਕਰਕੇ ਜਿਹੜਾ ਵਿਗਿਆਨ ਆ ਉਹ ਸਾਡੀ ਤਰੱਕੀ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਵਿਗਿਆਨ ਸਿਰਫ ਤਰਕ ਨਹੀਂ ਕਰਦਾ, ਵਿਗਿਆਨ ਸਿਰਫ ਆਬਜ਼ਰਵੇਸ਼ਨ ਨਹੀਂ ਕਰਦਾ, ਬਲਕਿ ਉਸ ਆਬਜ਼ਰਵੇਸ਼ਨ ਨੂੰ ਰੈਪਲੀਕੇਟ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ। ਦੇਖਿਆ ਜਾਂਦਾ ਗਾ ਕਿ ਇਹ ਗੱਲ ਇੱਥੇ ਸੱਚ ਹੈਗੀ ਹੈ, ਕਿ ਇਹ ਗੱਲ ਦੂਜੇ ਦੇਸ਼ਾਂ 'ਚ ਸੱਚ ਹੈਗੀ ਹੈ, ਅਲੱਗ-ਅਲੱਗ ਕਲਚਰ 'ਚ ਸੱਚ ਹੈਗੀ ਹੈ। ਜਦੋਂ ਇਸ ਤਰੀਕੇ ਨਾਲ ਕਦੇ ਅਸੀਂ ਪੜਤਾਲਦੇ ਹਾਂ, ਸਿਰਫ ਤਰਕ ਦੇ ਲੈਵਲ 'ਤੇ ਨਹੀਂ ਪੜਤਾਲਦੇ ਕਿਸੇ ਵੀ ਦੋ ਚੀਜ਼ਾਂ ਦੇ ਰਿਲੇਸ਼ਨ ਨੂੰ, ਤਾਂ ਫਿਰ ਅਕਸਰ ਅਸੀਂ ਸਮਝ ਪਾਉਂਦੇ ਹਾਂ ਵੀ ਐਕਚੁਅਲ ਕਾਜ਼ਲ ਰਿਲੇਸ਼ਨ ਉਹਨਾਂ ਦਾ ਕੀ ਹੈ। ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਕੰਪਲਿਕੇਟਿਡ ਨਹੀਂ ਲੱਗੀ ਹੋਊਗੀ, ਵਧੀਆ ਯੂਜ਼ਫੁਲ ਲੱਗੀ ਹੋਊਗੀ। ਇਹ ਸੀਰੀਜ਼ ਦੀ ਦੂਸਰੀ ਵੀਡੀਓ ਸੀ। ਇਸ ਸੀਰੀਜ਼ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤਾਂ ਮਿਲਦੇ ਹਾਂ ਅਗਲੀ ਵੀਡੀਓ।